I, Dr. Shamsher Singh, welcome you all to my SSB Pharma Learning YouTube ਚੈਨਲ। ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਬਹੁਤ ਹੀ ਇੰਪੋਰਟੈਂਟ ਮੁੱਦੇ ਦੇ ਉੱਪਰ ਗੱਲ ਕਰਨ ਜਾ ਰਿਹਾ। ਕੁਝ ਪੁਆਇੰਟਸ ਡਿਸਕਸ ਕਰਾਂਗਾ ਕਿ ਆਪਾਂ ਓਪੀਐਮ ਦਾ ਨਸ਼ਾ ਕਿਸ ਤਰ੍ਹਾਂ ਛੱਡ ਸਕਦੇ ਹਾਂ। ਅਗਰ ਕੋਈ ਇਨਸਾਨ ਓਪੀਐਮ ਦਾ ਜੋ ਨਸ਼ਾ ਹੈ ਉਸ ਨੂੰ ਸਟਾਪ ਕਰਦਾ ਹੈ, ਓਪੀਐਮ ਕੁਇਟ ਕਰਦਾ ਹੈ, ਉਸ 'ਚ ਕਿਸ ਟਾਈਪ ਦੇ ਜਿਹੜੇ ਨੇ ਬਾਡੀ ਦੇ ਅੰਦਰ ਪ੍ਰੋਬਲਮਸ ਆ ਜਾਂਦੀਆਂ ਨੇ, ਐਡਵਰਸ ਇਫੈਕਟਸ ਆ ਜਾਂਦੇ ਨੇ, ਬਾਡੀ ਨੂੰ ਕਿਸ ਤਰ੍ਹਾਂ ਦੇ ਨੁਕਸਾਨ ਪੈਦਾ ਹੋ ਜਾਂਦੇ ਨੇ, ਔਰ ਉਸ ਤੋਂ ਇਲਾਵਾ ਓਪੀਐਮ ਐਡਿਕਸ਼ਨ ਵਾਸਤੇ ਡੀ ਐਡਿਕਸ਼ਨ ਵਾਸਤੇ ਕਿਸ ਤਰ੍ਹਾਂ ਦੇ ਜੋ ਸਬਸਟੈਂਸ ਨੇ ਜਾਂ ਡਰੱਗਸ ਨੇ ਜਾਂ ਕਿਸ ਤਰ੍ਹਾਂ ਦੀ ਜੋ ਥੈਰੇਪੀਜ਼ ਹੈ ਉਹ ਯੂਜ਼ ਕੀਤੀ ਜਾਂਦੀ ਹੈ ਕਿ ਕੋਈ ਵੀ ਇਨਸਾਨ ਜੋ ਐਡਿਕਟਡ ਹੈ ਉਹ ਓਪੀਐਮ ਨੂੰ ਕਿਸ ਤਰ੍ਹਾਂ ਛੱਡ ਪਾਏ। ਉਸ ਤੋਂ ਇਲਾਵਾ ਮੈਂ ਡਿਸਕਸ ਕਰਾਂਗਾ ਕਿ ਓਪੀਐਮ ਦਾ ਯੂਜ਼ ਕਿਉਂ ਕੀਤਾ ਗਿਆ ਔਰ ਕਿਸ ਕੰਟਰੀ 'ਚ ਜ਼ਿਆਦਾ ਓਪੀਐਮ ਦਾ ਯੂਜ਼ ਕੀਤਾ ਜਾਂਦਾ ਹੈ। ਤਾਂ ਚਲੋ ਇਸ ਵੀਡੀਓ ਦੇ ਵਿੱਚ ਆਪਾਂ ਚੱਲਦੇ ਹਾਂ, ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਕਿ ਓਪੀਐਮ ਕੀ ਹੈ। ਓਪੀਐਮ ਇੱਕ ਸਬਸਟੈਂਸ ਹੈ ਜਿਸ ਦਾ ਕਲਰ ਵਾਈਟ ਟੂ ਬਰਾਊਨਿਸ਼ ਕਲਰ ਹੈ, ਜੋ ਅਬਟੇਨ ਹੁੰਦਾ ਪੋਪੀ ਪਲਾਂਟ ਤੋਂ, ਜਿਸ ਦਾ ਸਾਇੰਟੀਫਿਕ ਨਾਮ ਹੈ ਪਾਪਾਵਰ ਸੋਮਨੀਫੇਰਮ। ਜਿਸ ਪਲਾਂਟ ਦਾ ਸਾਇੰਟੀਫਿਕ ਨੇਮ ਹੈ ਪਾਪਾਵਰ ਸੋਮਨੀਫੇਰਮ। ਇਸ ਪਲਾਂਟ ਨੂੰ ਆਪਾਂ ਫੈਬ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ ਕਲਟੀਵੇਟ ਕਰਦੇ ਹਾਂ ਖੇਤਾਂ ਦੇ ਅੰਦਰ, ਔਰ ਕਲਟੀਵੇਸ਼ਨ ਤੋਂ ਬਾਅਦ ਜਦੋਂ ਇਸ ਦੇ ਬਡਸ ਪੈਦਾ ਹੋ ਜਾਂਦੇ ਨੇ ਔਰ ਬਡਸ ਨੂੰ ਆਪਾਂ ਕੱਟ ਦੇ ਕੇ ਉਸ ਤੋਂ ਐਕਸਟ੍ਰੈਕਟ ਲੈ ਲੈਂਦੇ ਆ, ਜੋ ਐਕਸਟ੍ਰੈਕਟ ਜਿਹੜਾ ਓਪੀਐਮ ਦੇ ਫਾਰਮ ਦੇ ਵਿੱਚ ਯੂਜ਼ ਕੀਤਾ ਜਾਂਦਾ ਆਫਟਰ ਪ੍ਰੋਸੈਸਿੰਗ। ਨਾਓ ਇਸ ਓਪੀਐਮ ਨੂੰ ਛੱਡਣ ਵਾਸਤੇ ਬਹੁਤ ਸਾਰੇ ਸੈਂਟਰਸ ਬਾਏ ਦੀ ਗਵਰਨਮੈਂਟ ਆਫ ਇੰਡੀਆ, ਬਾਏ ਦੀ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ, ਉਹਨਾਂ ਨੇ ਸਟਾਰਟ ਕੀਤੇ ਫਰੋਮ 1988। ਸੋ ਉਹ ਜਿਹੜੇ ਸੈਂਟਰ ਸਨ, ਡੀ ਐਡਿਕਸ਼ਨ ਸੈਂਟਰ ਜਾਂ ਉਹਨਾਂ ਨੂੰ ਰੈੱਡ ਕਰਾਸ ਡੀ ਐਡਿਕਸ਼ਨਸ ਸੈਂਟਰਸ ਕਿਹਾ ਗਿਆ ਜਾਂ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰਸ ਕਿਹਾ ਗਿਆ। ਉਹ ਜੋ ਕੇਂਦਰ ਸਨ, ਉਹ ਜੋ ਸੈਂਟਰ ਸਨ, ਇਹ ਡਿਪਾਰਟਮੈਂਟ ਆਫ ਫੈਮਿਲੀ ਐਂਡ ਵੈਲਫੇਅਰ ਗਵਰਨਮੈਂਟ ਆਫ ਇੰਡੀਆ ਨੇ ਸਟਾਰਟ ਕੀਤੇ ਰੋਕਣ ਵਾਸਤੇ ਕਿ ਅਫੀਮ ਜਾਂ ਕੋਈ ਵੀ ਤਰ੍ਹਾਂ ਦਾ ਐਡਿਕਟਿਵ ਸਬਸਟੈਂਸ ਨੂੰ ਆਪਾਂ ਕਿਸ ਤਰ੍ਹਾਂ ਕੁਇਟ ਕਰ ਸਕਦੇ ਹਾਂ, ਕਿਸ ਤਰ੍ਹਾਂ ਸਟਾਪ ਕਰ ਸਕਦੇ ਹਾਂ। ਔਰ ਸਭ ਤੋਂ ਪਹਿਲੀ ਗੱਲ ਜੋ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਕਿ ਅਬਿਊਜ਼ ਕੀ ਹੈ, ਐਡਿਕਸ਼ਨ ਕੀ ਹੈ ਔਰ ਡਿਪੈਂਡੈਂਸ ਕੀ ਹੈ। ਅਬਿਊਜ਼ ਮੀਨ ਕਿਸੇ ਵੀ ਤਰ੍ਹਾਂ ਦੀ ਲੱਤ ਲੱਗ ਜਾਣਾ। ਸਪੋਜ਼ ਕੋਈ ਵੀ ਇਨਸਾਨ ਅਬਿਊਜ਼ ਹੋ ਸਕਦਾ ਹੈ, मोबाइल ਦਾ ਅਬਿਊਜ਼ ਹੋ ਸਕਦਾ ਹੈ, ਸਮੋਕਿੰਗ ਦਾ ਅਬਿਊਜ਼ ਹੋ ਸਕਦਾ ਹੈ, ਡਰਾਈਵਿੰਗ ਦਾ ਅਬਿਊਜ਼ ਹੋ ਸਕਦਾ ਹੈ, ਈਟਿੰਗ ਦਾ ਹੋ ਸਕਦਾ ਹੈ, ਔਰ ਉਸ ਤੋਂ ਬਾਅਦ ਐਡਿਕਸ਼ਨ ਵੀ ਕਿਸੇ ਵੀ ਤਰ੍ਹਾਂ ਦੀ ਹੋ ਸਕती है। ਚਾਹੇ वो एडिक्शन मोबाइल रिलेटेड है, मोबाइल यूटिलाइजेशन करना, चाहे वो एडिक्शन ट्रैवलिंग रिलेटेड है, बहुत लंबी ड्राइव ट्रैवलिंग करना, चाहे वो एडिक्शन मीनस स्टडी रिलेटेड है, चाहे वो एडिक्शन किसी भी तरह की फैमिली और फाइनैंशियल किसी भी तरह का किसी को एडिक्शन हो सकता है। बट जो मैं अज तुहाडे नाल गल करन जा रहा वो है ओपीएम एडिक्शन। नो ओपीएम एडिक्शन एंड ओपीएम डिपेंडेंस, इन्हां दोनों च की डिफरेंस है, एक सिंपल मैथड दे नाल तुसीं अंडरस्टैंड करोगे। डिपेंडेंस नूं आपां छड्ड सकते हैं। डिपेंडेंस अगर इफ कोई भी इंसान ओपीएम डिपेंडेंट है वो ओपीएम नूं छड्ड सकदा है। उहदे अंदर कोई भी क्रेविंग, कोई भी ज़्यादा लॉस बॉडी के उपर ਜਾਂ कोई भी तरह का एडवर्स इफैक्ट जो है नहीं ज़्यादा मिलता। अगर कोई इंसान एडिक्टेड है उसनों छड्डना बहुत ही मुश्किल है, बिकॉज जो ओपीएम एडिक्शन है ਉਹਦੇ अंदर बॉडी ਨੂੰ ਛੱਡਣ ਤੋਂ ਬਾਅਦ बहुत ज़्यादा इफैक्ट जो ने हार्मफुल इफैक्ट जो ने आ जाते हैं, जिन्हां दे विचों एंजाइटी हो सकती है, डिप्रैशन हो सकता है, इनसोमनिया रात को नींद ना आना, एक्सैसिव बॉडी स्वैटिंग, बॉडी तो पसीना बहुत ज़्यादा आना, फ्लैटूलेशन पेट का अफरा रहना, कॉन्स्टिपेशन लॉन्ग टाइम वास्ते कब्जी रहना, उस तो इलावा उसनूं ट्रीमर्स रहना, हत्थां पैरां दे विच ट्रीमर्स आना, अखां दी विजन का चेंज हो जाना, चक्कर आना, कंफर्टेबल फील ना करना, अबडोमिनल क्रैम्प्स आना, पेट के अंदर दर्द उठना, ऐसे छड्डन दे नाल, और मसल पेन रहना, मसल के अंदर मांसपेशियों के अंदर पेन रहना, ऐसे कई तरह के जो सिम्पटम्स ने एडिक्शन ओपीएम डी एडिक्शन तो बाद आते हैं। और उस ओपीएम डी एडिक्शन की अगर आप गल करिए और जो एडिक्शन है पहले आप उसकी गल करिए, मेनली जो इंडिया और पंजाब रीजन है, बिकॉज आई विल डिस्कस ओनली पंजाब के रिलेटेड और इंडिया के रिलेटेड मैं डिस्कस कराँगा कि जो पंजाब रीजन है ये अंदर अप्रोक्सीमेट 30 लाख जी पॉपूलेशन है वो एडिक्टेड है अल्कोहल के नाल, अल्कोहल ड्रिंकिंग करते हैं। और मोर दैन 15 करोड़ इन इंडिया, जो 2018 का डाटा है, लेटेस्ट डाटा ऑफ एडिक्शन,
ਮੋਰ ਦੈਨ 15 ਕਰੋੜ ਜਿਹੜੀ ਪੋਪੂਲੇਸ਼ਨ ਆਫ ਇੰਡੀਆ ਹੈ ਉਹ ਅਲਕੋਹਲ ਦੀ ਐਡਿਕਟਡ ਹੈ, ਅਲਕੋਹਲ ਡਰਿੰਕ ਕਰਦੇ ਆ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕੈਨਾਬਿਸ ਦੀ, ਕੈਨਾਬਿਸ ਦੇ ਵਿੱਚ ਮੋਰ ਦੈਨ 20 ਲੱਖ 20 ਲੱਖ ਤੋਂ ਉੱਪਰ ਲੋਕ ਜਿਹੜੇ ਨੇ ਉਹ ਕੈਨਾਬਿਸ ਦਾ ਕੰਜ਼ੰਪਸ਼ਨ ਕਰਦੇ ਨੇ। ਔਰ ਅਗਰ ਆਪਾਂ ਗੱਲ ਕਰੀਏ ਇੰਡੀਆ ਦੀ, ਮੋਰ ਦੈਨ 3 ਕਰੋੜ 3 ਕਰੋੜ ਤੋਂ ਲੋਕ ਜ਼ਿਆਦਾ ਜਿਹੜੇ ਇੰਡੀਆ 'ਚ ਨੇ ਉਹ ਕੈਨਾਬਿਸ ਦੀ ਜਿਹੜੀ ਕੰਜ਼ੰਪਸ਼ਨ ਨੇ ਉਹ ਕਰਦੇ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਓਪੀਅਮ ਦੀ, ਜੋ ਕਿ ਅੱਜ ਦਾ ਟੌਪਿਕ ਹੈ। ਓਪੀਅਮ, ਅਫੀਮ ਦੀ ਗੱਲ ਕਰੀਏ, ਮੋਰਫਿਨ ਦੀ ਗੱਲ ਕਰੀਏ, ਮੋਰ ਦੈਨ 40 ਲੱਖ ਸਭ ਤੋਂ ਜ਼ਿਆਦਾ ਡਾਟਾ ਅਲਕੋਹਲ ਤੋਂ ਔਰ ਕੈਨਾਬਿਸ ਤੋਂ ਵੀ ਜ਼ਿਆਦਾ ਲੋਕ ਜਿਹੜੇ ਨੇ 40 ਲੱਖ ਦੇ ਕਰੀਬ ਲੋਕ ਪੰਜਾਬ ਦੇ ਅੰਦਰ ਓਪੀਅਮ ਦੀ ਕੰਜ਼ੰਪਸ਼ਨ ਕਰਦੇ ਨੇ। ਔਰ ਅਗਰ ਓਵਰਆਲ ਇੰਡੀਆ 'ਚ ਦੇਖੀਏ ਤਾਂ 1.9 ਕਰੋੜ ਮੋਰ ਦੈਨ 1.9 ਕਰੋੜ ਜਿਹੜੀ ਪੋਪੂਲੇਸ਼ਨ ਹੈ ਉਹ ਓਪੀਅਮ ਦਾ ਕੰਜ਼ੰਪਸ਼ਨ ਇੰਡੀਆ 'ਚ ਕਰਦੀ ਹੈ। ਉਸ ਤੋਂ ਬਾਅਦ ਜਿਹੜਾ ਲਾਸਟ ਆ ਜਾਂਦਾ ਸੈਡੇਟਿਵ ਸਬਸਟੈਂਸ। ਸੈਡੇਟਿਵ ਮੀਨ ਕਈ ਇਨਸਾਨ ਸੈਡੇਟਿਵ ਡਰੱਗਸ ਯੂਜ਼ ਕਰਦੇ ਨੇ, ਜਿਸ ਤਰ੍ਹਾਂ ਡਾਇਜ਼ੀਪਾਮ ਹੋ ਗਿਆ, ਐਲਪਰਾਜ਼ੋਲਮ ਹੋ ਗਿਆ, ਕਲੋਨਾਜ਼ੀਪਾਮ ਹੋ ਗਿਆ। ਐਸੀ ਕਈ ਡਰੱਗਸ ਜੋ ਕਿ ਡਿਪਰੈਸ਼ਨ, ਐਂਜ਼ਾਈਟੀ ਐਸੋਸੀਏਟਡ ਪੇਸ਼ੈਂਟ ਨੂੰ ਪ੍ਰੈਸਕ੍ਰਾਈਬ ਕੀਤੀ ਜਾਂਦੀ ਹੈ, ਉਸ ਦਾ ਕੰਜ਼ੰਪਸ਼ਨ ਕਰਦੇ ਨੇ। ਉਹ ਕੰਜ਼ੰਪਸ਼ਨ ਪੰਜਾਬ ਦੇ ਵਿੱਚ 20 ਲੱਖ ਦੇ ਆਸ-ਪਾਸ ਹੈ, ਨੀਅਰਲੀ 20 ਲੱਖ, ਔਰ ਇੰਡੀਆ ਦੇ ਵਿੱਚ ਮੋਰ ਦੈਨ 1 ਕਰੋੜ ਹੈ। ਸੋ ਇਹ ਡਾਟਾ ਜੋ 2018 ਦਾ ਲੇਟੈਸਟ ਡਾਟਾ ਰਿਲੇਟਿਡ ਟੂ ਐਡਿਕਸ਼ਨ ਹੈ, ਮੈਂ ਤੁਹਾਡੇ ਨਾਲ ਡਿਸਕਸ ਕੀਤਾ। ਇਹਦੇ 'ਚ ਤੁਸੀਂ ਦੇਖਿਆ ਹੋਏਗਾ ਕਿ 40 ਲੱਖ ਤੋਂ ਜ਼ਿਆਦਾ ਲੋਕ ਪੰਜਾਬ ਦੇ ਅੰਦਰ ਜਿਹੜੇ ਨੇ ਓਪੀਐਮ ਦਾ ਕੰਜ਼ੰਪਸ਼ਨ ਕਰਦੇ ਨੇ, ਜਦਕਿ ਸਭ ਤੋਂ ਜ਼ਿਆਦਾ ਓਪੀਐਮ ਦੀ ਪ੍ਰੋਡਕਸ਼ਨ ਜਿਹੜੀ ਹੈ ਈਰਾਨ, ਅਫਗਾਨਿਸਤਾਨ, ਭੂਟਾਨ ऐसी कंट्रीज के अंदर की जाती है, ये टॉप मोस्ट कंट्रीज़ है। अब क्वेश्चन आ जाता है कि ओपीएम एडिक्शन किस तरह स्टार्ट होती है। कोई भी इंसान अगर 14 तो 20-25 दिन कंटिन्यू अल्कोहल ड्रिंक करता है वो भी एडिक्टेड हो जाता है। अगर कोई इंसान 5 तो 7 दिन ਨੀਅਰਲੀ 1 ਹਫਤਾ 1 ਵੀਕ ਅਗਰ ਕੰਟੀਨਿਊਸਲੀ ਤੁਸੀਂ ਓਪੀਐਮ ਕੰਜ਼ੰਪਸ਼ਨ ਕਰਦੇ ਹੋ, ਤੁਸੀਂ ਐਡਿਕਟਡ ਹੋ ਜਾਂਦੇ ਹੋ ਜਾਂ ਉਸ ਤੇ ਡਿਪੈਂਡੈਂਟ ਹੋ ਜਾਂਦੇ ਹੋ। ਛੱਡੋਗੇ ਤਾਂ ਤੁਹਾਡੀ ਬਾਡੀ ਦੇ ਅੰਦਰ ਕੁਛ ਨਾ ਕੁਛ ਹਾਰਮਫੁਲ ਇਫੈਕਟਸ ਜਿਹੜੇ ਨੇ ਉਹ ਆਉਣਗੇ, ਔਰ ਉਸ ਹਾਰਮਫੁਲ ਇਫੈਕਟਸ ਦੇ ਨਾਲ ਤੁਹਾਡੀ ਬਾਡੀ ਦੇ ਵਿੱਚ ਮਸਲਸ ਜਿਹੜੇ ਨੇ, ਮਾਸਪੇਸ਼ੀਆਂ, ਉਹਨਾਂ ਨੂੰ ਇਫੈਕਟ ਹੋਏਗਾ, ਹਾਰਟ ਨੂੰ ਇਫੈਕਟ ਹੋਏਗਾ ਔਰ ਬ੍ਰੇਨ ਨੂੰ ਇਫੈਕਟ ਹੋਏਗਾ। ਕੋਈ ਵੀ ਐਸੀ ਐਡਿਕਟਡ ਸਬਸਟੈਂਸ ਲਾਈਕ ਓਪੀਐਮ ਇਹ ਬ੍ਰੇਨ ਨੂੰ ਬਹੁਤ ਜ਼ਿਆਦਾ ਅਫੈਕਟ ਕਰਦੀ ਹੈ, ਬਿਕੋਜ਼ ਜਦੋਂ ਵੀ ਕੋਈ ਐਸਾ ਇਨਸਾਨ ਓਪੀਐਮ ਐਡਿਕਸ਼ਨ ਸਟਾਰਟ ਕਰਦਾ ਹੈ ਔਰ ਐਡਿਕਸ਼ਨ ਦੇ ਨਾਲ ਉਹਦੇ ਬ੍ਰੇਨ ਦੇ ਅੰਦਰ ਕੁਝ ਐਸੀ ਚੀਜ਼ਾਂ ਨੇ ਜੋ ਨਿਊਰੋਟ੍ਰਾਂਸਮਿਟਰਸ ਦਾ ਲੈਵਲ बढ़ जाता है, जिस तरह की डोपामिन, सेरोटोनिन, नॉरएपिनेफ्रिन, ਉਹਦੇ ਨਾਲ ਉਹਨੂੰ ਅੱਛਾ ਫੀਲ ਹੁੰਦਾ ਹੈ। ਹੀ ਫੀਲ ਮੋਰ ਹੈਪੀ ਐਂਡ ਪਲੇਅਰੇਬਲ ਟਾਈਪ। ਸੋ ਇਹ ਜਿਹੜਾ ਹੈਪੀਨੈਸ ਹੈ ਉਹ ਇਹਦੇ ਨਾਲ ਬਰਕਰਾਰ ਰਹਿੰਦੀ ਹੈ। ਹੁਣ ਇਹ ਕੁਐਸਚਨ ਆ ਜਾਂਦਾ ਹੈ ਕਿ ਆਪਾਂ ਓਪੀਐਮ ਨੂੰ ਕਿਸ ਤਰ੍ਹਾਂ ਛੱਡ ਸਕਦੇ ਹਾਂ, ਜਾਂ ਜੋ ਸਾਡੇ ਰੈੱਡ ਕ੍ਰਾਸ ਡੀ ਐਡਿਕਸ਼ਨ ਸੈਂਟਰ ਨੇ ਜਾਂ ਨਸ਼ਾ ਮੁਕਤੀ ਕੇਂਦਰ ਨੇ, ਉਹਨਾਂ ਦੇ ਅੰਦਰ ਜਿਹੜਾ ਨਸ਼ਾ ਛੱਡਣ ਵਾਸਤੇ ਕਿਸ ਤਰ੍ਹਾਂ ਦੀ ਡਰੱਗਸ ਦਾ ਯੂਜ਼ ਕੀਤਾ ਜਾਂਦਾ ਹੈ। ਜੋ ਫਸਟ ਡਰੱਗ ਜਿਹੜੀ ਯੂਜ਼ ਕੀਤੀ ਜਾਂਦੀ ਉਹ ਮੈਥਾਡੋਨ। जो मैथाडोन है ये ड्रग एक ओपियोइड कैटेगरी की ड्रग है। अगर ये चीज़ आप सिंपल समझ लीए कि किसी भी ओपीएम नू ਜਾਂ ਨਸ਼ੇ ਨੂੰ ਮੁਕਤ ਕਰਨ ਵਾਸਤੇ ਸਾਨੂੰ ਦੂਸਰੀ ਟਾਈਪ ਦਾ ਨਸ਼ਾ ਦੇਣਾ ਪਏਗਾ ਔਰ ਸਾਥ ਦੀ ਸਾਥ ਸਾਨੂੰ ਉਹਦੀ ਡੋਜ਼ ਰਿਡਿਊਸ ਕਰਕੇ ਨਸ਼ਾ ਜਿਹੜਾ ਉਹ ਮੁਕਤ ਕਰਨਾ ਪਏਗਾ। ਜਿਸ ਤਰ੍ਹਾਂ ਕਿ ਬਹੁਤ ਸਿੰਪਲ ਐਗਜ਼ਾਮਪਲ ਹੈ, ਅਗਰ ਕਿਸੇ ਨੂੰ ਵੀ ਸਨੇਕ ਬਾਈਟ ਕਰ ਜਾਏ, ਸਾਂਪ ਕੱਟ ਜਾਏ, ਤਾਂ ਉਹਦੇ ਵਾਸਤੇ ਜਿਹੜਾ ਆਪਾਂ ਇੰਜੈਕਸ਼ਨ ਦਿੰਦੇ ਆ ਉਹ ਵੀ ਵਿਨੋਮ ਤੋਂ ਪ੍ਰਪੇਅਰ ਕੀਤਾ ਜਾਂਦਾ। ਇਸ ਤਰ੍ਹਾਂ ਅਗਰ ਆਪਾਂ ਨਸ਼ੇ ਨੂੰ ਕੱਟਣਾ ਚਾਹੀਏ ਤਾਂ ਆਪਾਂ ਨੂੰ ਦੂਸਰੀ ਸਿੰਥੈਟਿਕ ਟਾਈਪ ਦਾ ਜਿਹੜਾ ਨਸ਼ਾ ਹੈ ਉਹ ਪੇਸ਼ੈਂਟ ਨੂੰ ਜਾਂ ਪਰਸਨ ਨੂੰ, ਐਡਿਕਟਡ ਪਰਸਨ ਨੂੰ ਖਿਲਾਣਾ ਪਏਗਾ। ਮੈਥਾਡੋਨ ਜਿਹੜੀ ਹੈ ਇਹ ਦਿੱਤੀ ਜਾਂਦੀ ਹੈ, ਮੈਕਸਿਮਮ ਡੋਜ਼ ਇਹਦੀ 150 mg ਹੈ। ਮੋਸਟਲੀ 10, 20, 30, 50 mg ਆਪਾਂ ਡੋਜ਼ ਟਾਈਟਰੇਸ਼ਨ ਕਰਦੇ ਹਾਂ ਔਰ ਐਡਿਕਸ਼ਨ ਸੈਂਟਰਸ ਦੇ ਅੰਦਰ ਇਹਨੂੰ ਟਾਈਟਰੇਟ ਕੀਤਾ ਜਾਂਦਾ, ਜਿਸ ਨਾਲ ਕਿ ਟਾਈਟਰੇਸ਼ਨ ਦੇ ਨਾਲ ਪੇਸ਼ੈਂਟ ਜਿਹੜਾ ਉਹਦਾ ਨਸ਼ਾ ਜਿਹੜਾ 2 ਹਫ਼ਤੇ ਤੋਂ ਲੈ ਕੇ 4 ਹਫ਼ਤੇ ਦੇ ਅੰਦਰ ਅੰਦਰ ਜਿਹੜਾ ਨਸ਼ਾ ਉਹ ਛੱਡਿਆ ਜਾਂਦਾ। ਅਗਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਮੈਥਾਡੋਨ ਦੇ ਨਾਲ ਲਿਵੋਮਿਥਾਈਲ ਐਡਾਈਲ ਐਸੀਟੇਟ। ਸੋ ਜਿਹੜਾ ਲਿਵੋਮੈਥਾਡਾਈਲ ਐਸੀਟੇਟ ਹੈ ਇਸ ਨੂੰ ਵੀ ਯੂਜ਼ ਕੀਤਾ ਜਾਂਦਾ, ਇੱਕ ਮੋਰ ਪੋਟੈਂਟ ਸਿੰਥੈਟਿਕ ਡੈਰੀਵੇਟਿਵ ਹੈ। ਉਸ ਤੋਂ ਬਾਅਦ ਜਿਹੜੀ ਸੈਕਿੰਡ ਮੇਨ ਡਰੱਗ ਯੂਜ਼ ਕੀਤੀ ਜਾਂਦੀ ਹੈ ਉਹ ਬਿਊਪਰੀਨੋਰਫਿਨ। ਸੋ ਬਿਊਪਰੀਨੋਰਫਿਨ ਇੱਕ ਅੱਛੀ ਕੈਟਾਗਰੀ ਦੀ ਡਰੱਗ ਹੈ ਇੰਸਟੈਡ ਆਫ ਮੈਥਾਡੋਨ, ਕਿਉਂਕਿ ਮੈਥਾਡੋਨ ਅਗਰ ਆਪਾਂ ਲੌਂਗ ਟਰਮ ਕਿਸੇ ਵੀ ਐਡਿਕਸ਼ਨ ਪਰਸਨ ਨੂੰ ਦਿੰਦੇ ਆ ਤਾਂ ਉਹਦਾ ਹਾਰਟ ਦੇ ਅੰਦਰ ਬਹੁਤ ਪ੍ਰੋਬਲਮ ਆ ਜਾਂਦੀ ਹੈ, ਕਿਉਂਕਿ ਮੈਥਾਡੋਨ ਇੰਟਰਫੇਅਰ ਕਰਦਾ QT ਇੰਟਰਵਲ ਦੇ ਨਾਲ, ਔਰ QT ਇੰਟਰਵਲ ਚੇਂਜ ਹੋਣ ਦੇ ਨਾਲ ਜਿਹੜੀ ਹਾਰਟ ਰੇਟ ਹੈ ਉਹ ਪੇਸ਼ੈਂਟ ਦੀ ਜਿਹੜੀ ਉਹ ਚੇਂਜ ਹੁੰਦੀ ਰਹਿੰਦੀ ਹੈ। ਬਿਊਪਰੀਨੋਰਫਿਨ ਇੱਕ ਅੱਛਾ ਸਬਸਟੈਂਸ ਹੈ, ਇਸ ਨੂੰ ਆਪਾਂ ਅਲੋਨ ਵੀ ਦਿੰਦੇ ਆ ਔਰ ਬਿਊਪਰੀਨੋਰਫਿਨ ਇਨ ਕੰਬੀਨੇਸ਼ਨ ਦੇ ਵਿੱਚ ਵੀ ਦਿੱਤਾ ਜਾਂਦਾ ਹੈ। ਲਾਈਕਲੀ ਬਿਊਪਰੀਨੋਰਫਿਨ ਵੀ ਕੰਬਾਈਨ ਵਿਦ ਨੈਲੋਕਸੋਨ
4:1 ਰੇਸ਼ੋ, ਬਿਊਪਰੀਨੋਰਫਿਨ 4 ਰੇਸ਼ੋ ਐਂਡ ਨਲੋਕਸੋਨ 1 ਰੇਸ਼ੋ। ਇਸ ਨੂੰ ਆਪਾਂ ਕੀ ਕਰਦੇ ਹਾਂ, ਪੇਸ਼ੈਂਟ ਨੂੰ ਜਾਂ ਅਬਿਊਜ਼ ਪਰਸਨ ਨੂੰ ਦੇਣ ਤੋਂ ਬਾਅਦ ਸਲੋ ਬਾਏ ਸਲੋ ਇਸ ਦਾ ਜਿਹੜਾ ਹੈ ਉਹ ਲੈਵਲ ਹੈ, ਜਿਹੜਾ ਡੋਜ਼ ਹੈ, ਉਸ ਨੂੰ ਆਪਾਂ ਰਿਡਿਊਸ ਕਰਨੇ ਆ। ਰਿਡਿਊਸ ਕਰਨ ਦੇ ਨਾਲ ਜਿਹੜਾ ਪੇਸ਼ੈਂਟ ਹੈ, ਉਹ ਜੋ ਪਰਸਨ ਹੈ, ਉਹ ਈਜ਼ੀਲੀ ਕੀ ਕਰਦਾ ਹੈ, ਡੀ ਐਡਿਕਸ਼ਨ ਟਾਈਪ ਦੀ ਸਾਈਡ ਜਾਂ ਨਸ਼ਾ ਕੁਇਟਿੰਗ ਦੀ ਸਾਈਡ ਜਿਹੜਾ ਉਹ ਐਗਰੀ ਹੋ ਜਾਂਦਾ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤੇ ਨਸ਼ਾ ਛੱਡਣ ਤੋਂ ਬਾਅਦ ਕੁਝ ਟਾਈਮ ਬਾਅਦ ਕੁਝ ਲੋਕ ਮੈਕਸਿਮਮ ਅਗਰ ਤੁਸੀਂ ਦੇਖੋ ਤਾਂ ਉਹਨਾਂ ਦੀ ਬਾਡੀ ਦੇ ਅੰਦਰ ਪੇਨ ਰਹਿੰਦੀ ਹੈ, ਵੋਮਿਟਿੰਗ, ਡਾਇਰੀਆ, ਐਸੇ ਕਈ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ। ਔਰ ਉਸ ਵਾਸਤੇ ਪੇਨ ਕਿਲਰ ਲਾਈਕਲੀ ऑक्सीकोडोन, हाइड्रोक्सी मॉर्फोन, ऐसे कई पेन किलर दिते जाते हैं। साथ ही साथ कई बार नॉन स्टीरॉयडल एंटी इन्फ्लामेटरी ड्रग आइबोप्रूफिन, पैरासीटामोल, असिक्लोफेनिक या समटाइम ट्रेमाडोल इज़ आल्सो गिवन बिकॉज जो पेन्स हो रही है, मसल पेन है, उसके क्रैंप्स रिड्यूस करने वास्ते ਆਪਾਂ ਇਸ ਤਰ੍ਹਾਂ ਦੇ ਸਬਸਟੈਂਸ ਯੂਜ਼ ਕਰਦੇ ਹਾਂ। ਉਸ ਦੇ ਨਾਲ ਸਾਥ ਦੀ ਸਾਥ ਅਗਰ ਬ੍ਰੇਨ ਦੇ ਨਾਲ ਕੁਝ ਮੀਨ ਟ੍ਰਿਮਰਸ ਆ ਰਹੇ ਨੇ ਜਾਂ ਕੁਝ डिफरेंट टाइप की फीलिंग आ रही है तो अल्फा 2 एगोनिस्ट क्लोनिडीन जो कि एक एंटी हाइपरटेंसिव ड्रग है वो भी साथ ਦਿੱਤੀ ਜਾਂਦੀ ਹੈ। ਉਹ ਇਹ ਜਿੰਨੀ ਵੀ ਮੈਡੀਸਿਨ ਨੇ ਡੀ ਐਡਿਕਸ਼ਨ ਸੈਂਟਰਸ ਦੇ ਅੰਦਰ ਦਿੱਤੀ ਜਾਂਦੀ ਹੈ। ਸੋ ਵੈਨ ਐਵਰ ਅਗਰ ਤੁਸੀਂ ਕਦੀ ਵੀ ਐਸੀ ਮੈਡੀਸਿਨ ਲੈਣੀ ਤਾਂ ਵਿਦਆਊਟ ਡਾਕਟਰ ਪ੍ਰਸਕ੍ਰਿਪਸ਼ਨ ਕभी ਵੀ ਐਸੀ ਮੈਡੀਸਿਨ ਨੂੰ ਜਿਹੜਾ ਆਪਾਂ ਯੂਜ਼ ਨਹੀਂ ਕਰਨਾ ਚਾਹੀਦਾ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤੇ ਸਲੀਪ ਵਾਸਤੇ ਅਗਰ ਉਸ ਬੰਦੇ ਨੂੰ ਨੀਂਦ ਨਹੀਂ ਆ ਰਹੀ तो बेनाड्रिल वगैरह ਜਾਂ अदर सेडेटिव सबस्टांस अल्प्राजोलम स्लो लो डोज ਦਿੱਤੀ ਜਾਂਦੀ ਹੈ। ਸੋ ਐਸੇ ਕਈ ਸਬਸਟੈਂਸ ਡੀ ਐਡਿਕਸ਼ਨ ਵਾਸਤੇ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ। ਉਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਤਾਂ ਡੀ ਐਡਿਕਸ਼ਨ ਦਾ ਬੈਸਟ ਮੈਥਡ ਜੋ ਹੈ ਉਹ ਹੈ ਕਿ ਇਫ ਯੂ ਆਰ ਮੀਨ ਸਟਰੋਂਗ ਬਾਈ ਯੋਰ ਮਾइंड, ਅਗਰ ਤੁਸੀਂ ਆਪਣੇ ਮਾइंड ਤੋਂ ਬਹੁਤ ਜ਼ਿਆਦਾ ਸਟਰੋਂਗ ਹੋ ਤਾਂ ਡੀ ਐਡਿਕਸ਼ਨ ਦੀ ਤਰਫ ਜਾ ਸਕਦੇ ਹੋ। ਤੁਹਾਨੂੰ ਇਹ ਪ੍ਰੋਮਿਸ ਕਰਨਾ ਪਏਗਾ ਕਿ ਆਪਾਂ ਡੇ ਬਾਏ ਡੇ ਆਪਣੀ ਡੋਜ਼ ਨੂੰ ਰਿਡਿਊਸ ਕਰੀਏ ਔਰ ਆਪਣੀ ਲਾਈਫ ਦੀ ਜਿਹੜੀ ਐਕਟੀਵਿਟੀ ਹੈ ਉਸ ਨੂੰ ਸਾਈਡ ਵਾਈਜ਼ ਕਿਸੇ ਨਾ ਕਿਸੇ ਇੰਟਰਸਟਿਡ ਐਕਟੀਵਿਟੀ ਦੇ ਅੰਦਰ ਇਨਵੋਲਵ ਕਰੀਏ। ਲਾਈਕਲੀ ਪਲੇਇੰਗ ਕਰੀਏ ਔਰ ਬਾਈਕ ਰਾਈਡਿੰਗ ਕਰੀਏ ਜਾਂ ਮੂਵੀ ਵਗੈਰਾ ਦੇਖੀਏ। ऐसी कई चीज़ां ਜਿਹੜੀਆਂ इंस्टेड कि आप ओपीएम खान के टाइम ਤੇ अगर ਆਪਾਂ ਨੂੰ ਇਹੋ ਜਿਹਾ फीलिंग आ रहा है कि नो साइकोलॉजिकली वी आर डिस्टर्ब, उस टाइम ਤੇ ਆਪਾਂ ਨੂੰ ਕੋਈ चॉकलेट ਜਾਂ कुछ ऐसा सबस्टांस ले लेना चाहिए जिस नाल कि ਤੁਹਾਡੀ सैटिस्फैक्शन हो जाए कि वी कैन रिड्यूस और क्विट सच टाइप ऑफ दी सबस्टांस। उस तो इलावा बेस्ट है कि एक्सरसाइज परफॉर्म करिए, योगा परफॉर्म करिए। ये सारी तरह की जो चीज़ां ने वो ओपीएम ਨੂੰ ਮੀਨ ਛੱਡਣ ਵਾਸਤੇ, ਨਸ਼ਾ ਮੁਕਤੀ ਵਾਸਤੇ ਬਹੁਤ ਯੂਜ਼ਫੁਲ ਨੇ। ਆਉਣੇ ਵਾਲੀ ਵੀਡੀਓ ਦੇ ਵਿੱਚ ਆਈ ਵਿਲ ਡਿਸਕਸ ਅਬਾਊਟ ਦਿਸ ਓਪੀਅਮ ਵਿਦ ਯੂ ਐਂਡ ਵਾਟ ਆਰ ਦਾ ਮੋਰ ਸਾਈਡ ਇਫੈਕਟਸ ਆਫ ਦੀ ਓਪੀਅਮ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਔਰ ਉਸ ਵੀਡੀਓ ਨੂੰ ਮੈਂ ਇੰਗਲਿਸ਼ ਕਮ ਹਿੰਦੀ ਲੈਂਗੁਏਜ ਦੇ ਅੰਦਰ ਕਨਵਰਟ ਕਰਕੇ ਤੁਹਾਡੇ ਨਾਲ ਡਿਸਕਸ ਕਰਾਂਗਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਯੂ ਮੋਸਟਲੀ ਲਾਈਕ and watch and subscribe SSB Pharma Learning YouTube channel. You are welcome. Thank you very much.